लेकिन रिसेंटली उनकी बिजली भी कटी गई है और बिजली चलो बहाल भी हो गई और ਉਹਦੇ ਦਫ਼ਤਰਾਂ ਤੇ ਛਾਪੇ ਵੀ ਪੈ ਉਹ ਸੁਸਾਇਟੀ ਚੂੰਕਿ ਡਿਲੀਵਰ ਕਰ ਚੁੱਕੀ ਹੈ और ਉਹ ਲੋਕਾਂ ਦੇ ਘਰ ਬਣ ਚੁੱਕੇ ਨੇ और ਉਹ ਇੱਕ ਅਦਾਰਾ ਹੈ खुदा ना खास्ता कि उन्होंने किसी ने हमला कर दिता है या टेक ओवर कर दिता है या कोई चीज़ हो गई है वो आराम ना सुकून ना शांति ना उत्थे रह रहे हैं प्लॉट असी लैने या घर भी अगर असी लैने ना तो वो नॉमिनी रखाते हैं किस्म की मतलब कि भी मतलब जिवें कोई कौड़ा डेवलपर होता है कोई मिठा डेवलपर होता है अच्छा वो डिलीवर ही नहीं करता मैंने उन्हें पैसा फड़िया अल्लाह दी बाहर निकल जाते हैं जी सबूत भी मौजूद ने हाँ जी और लोग नैब तक गए हुए ने लेकिन ਉਹਦੇ ਚ ਇਹ ਵੀ ਤਾਂ ਹੁੰਦਾ ਨਾ ਕਿ ਜਦੋਂ ਉਹ ਬਾਹਰ ਚਲੇ ਜਾਂਦੇ ਨੇ ਜਿਹੜੇ ਘਰ ਵਾਲੇ ਹੁੰਦੇ ਨੇ ਵਿਚਾਰੇ ਮੁਸੀਬਤ ਚ ਫਸੇ ਹੁੰਦੇ ਉਹ ਸਾਰੀਆਂ ਫੈਮਲੀਆਂ ਲੈ ਜਾਂਦੇ ਨੇ ਸਰ ਜੀ ਕੀ ਕਰਦੇ ਨੇ ਉਹ ਇੱਥੇ ਕੋਈ ਫੈਮਿਲੀ ਹੁੰਦੀ ਨਹੀਂ जी अस्सलाम वालेकुम नाजरीन मैं आपका ताहिर नौशाद और आप देख रहे हैं प्रोग्राम चाचा प्रॉपर्टी। नाजरीन आप जैसे कि हर मौजू पे हमारी गुफ्तगू सुनते हैं जो टॉपिक होते हैं आज का हमारा टॉपिक है कि जब लोग प्लॉट ले लेते हैं किसी भी सोसाइटी में किसी भी जगह पे कोई घर ले लेते हैं किसी की किस्तें रहती होती हैं किसी के पैसे ज़्यादा चले जाते हैं और प्लॉट नहीं मिला होता। हम इस बात पे आज डिस्कस करेंगे कि अगर उस सोसाइटी का मालिक किसी मुश्किल में फंस गया है या खुदा ना करे उसकी डेथ हो जाए तो उसके बाद जो लोगों ने प्लाट लिए होते हैं उनको क्या करना चाहिए या उसके बाद क्या होता है आज हम चाचा प्रॉपर्टी से ये डिस्कस करेंगे। जी अस्सलाम वालेकुम चाचा प्रॉपर्टी जी वालेकुम अस्सलाम चाचा प्रॉपर्टी जी दिन पर दिन सोने ही होंदे जा रहे हो हाँ जी मेरा ख्याल है ਜਿਹੜੀ ਸਟੈਂਪ ਮਜ਼ਬੂਤ ਹੁੰਦੀ ਜਾ ਰਹੀ ਹੈ हाँ जी हाँ बाजी ने जरा पहला प्रोग्राम ਜਿਹੜਾ ਦੇਖਿਆ ਹੋਵੇਗਾ ਨਾ हाँ जी ਜ਼ਾਹਰੀ ਬਾਤ ਹੈ ਜੀ ਉਹ ਮਜਬੂਰੀ ਕੈਮਰੇ ਦੇ ਅੱਗੇ ਨਹੀਂ ਬੰਦਾ ਬੋਲ ਸਕਦਾ ਭਾਈ। ਅੱਛਾ ਚਾਚਾ ਪ੍ਰॉपर्टी ਜੀ ਅਸੀਂ ਇਹ ਡਿਸਕਸ ਕਰਨਾ ਚਾਹਾਂਗੇ ਕਿ ਜਿਹੜਾ ਤੁਸੀਂ ਸੁਣਿਆ ਸਾਡੇ ਕੋਲੋਂ कि ਜਿਹੜੇ ਲੋਕ ਪਲਾਟ ਲੈ ਲੈਂਦੇ ਨੇ ਕੁਝ ਪੈਸੇ ਰਹਿੰਦੇ ਹੁੰਦੇ ਨੇ ਕਈਆਂ ਨੇ ਸਾਰੇ ਦਿੱਤੇ ਨੇ ਤੇ ਅਗਰ ਮਾਲਕ ਤੋਂ ਕੋਈ ਪਰੇਸ਼ਾਨੀ ਆ ਜਾਵੇ ਕਿਉਂਕਿ ਇਨਸਾਨ ਹੈ ਕੁਝ ਵੀ ਹੋ ਸਕਦਾ ਤੇ ਫਿਰ ਇਹਦਾ ਅਗਲਾ ਸਟੈਪ ਕੀ ਹੁੰਦਾ? ਤਾਰ ਸਾਹਿਬ ਗੱਲ ਇਹ ਵੇ ਕਿ ਖੁਦਾ ਨਾ ਖਾਸਤਾ ਇੱਕ ਤੇ ਪਹਿਲੀ ਗੱਲ ਹੈ ਕਿ ਮਾਲਕ ਅਗਰ ਦੁਨੀਆ ਤੋਂ ਚਲੇ ਜਾਂਦਾ ਹੈ ਅੱਲਾ ਨਾ ਕਰੇ ਜੀ ਤੇ ਉਹ ਜਿਸ ਤਰ੍ਹਾਂ ਪਲਾਟ ਅਸੀਂ ਲੈਨੇ ਆ ਜਾਂ ਘਰ ਵੀ ਅਗਰ ਅਸੀਂ ਲੈਨੇ ਆ ਨਾ ਤੇ ਉਹ ਨੋਮੀਨੀ ਰਖਾਉਂਦੇ ਨੇ यानी कि अगर खुदा ना खास्ता कोई डेथ हो जाए तो ਇਹਦਾ ਵਾਰਸ ਕੌਣ ਹੋਏਗਾ ਜਿਸ ਤਰ੍ਹਾਂ ਸਮਝ ਲਓ ਕਿ ਉਹਦਾ ਸਕਸੈਸ਼ਨ ਸਰਟੀਫਿਕੇਟ ਬਣਦਾ ਹੈ ਉਹ ਅਦਾਲਤ ਦੇ ਅੰਦਰੋਂ ਉਹਦੇ ਵਿਰਾਸਤ ਚੜ੍ਹਦੀ ਏ ਇਹ ਇੱਕ ਤਰ੍ਹਾਂ ਦਾ ਅਸੂਲ ਹੈ। ਇਸੇ ਤਰ੍ਹਾਂ ਹੀ ਡਿਵੈਲਪਰ ਨੇ ਵੀ ਆਪਣਾ ਕੋਈ ਨਾ ਕੋਈ ਵਾਰਸ ਆਪਣੀ ਜ਼ਿੰਦਗੀ ਦੇ ਅੰਦਰ ਇੰਟਰੋਡਿਊਸ ਕਰਵਾਇਆ ਹੁੰਦਾ ਡੈਫੀਨੇਟ ਕਰਵਾਇਆ ਹੁੰਦਾ ਹਰ ਇੰਨੀ ਜਗ੍ਹਾ ਸਾਰੀ ਬਾਤ ਮਗਰ ਨਾ ਜਿਨ੍ਹਾਂ ਨੇ ਪਲਾਟ ਲਏ ਨੇ ਮਾਲਕ ਨਹੀਂ ਮਰਿਆ ਉਹ ਮਰ ਗਏ ਵਿਚਾਰੇ ਲੇਕਿਨ ਫਿਰ ਵੀ ਗੱਲ ਵੇ ਕਿ ਇੱਕ ਤੇ ਅਗਰ ਖੁਦਾ ਨਾ ਖਾਸਤਾ ਕਿਸੇ ਨੂੰ ਮੌਕਾ ਹੀ ਨਹੀਂ ਮਿਲਿਆ ਜੀ ਆਪਣਾ ਵਾਰਸ ਇੰਟਰੋਡਿਊਸ ਕਰਵਾਉਣਾ ਫਿਰ ਵੀ ਸਰ ਜੀ ਜਿਹੜੀ ਮੈਨੇਜਮੈਂਟ ਹੁੰਦੀ ਏ ਜਿਹੜੇ ਉਹਦੇ ਨਾਲ ਬਲੱਡ ਰਿਲੇਸ਼ਨ ਹੁੰਦੇ ਨੇ ਉਹ ਟੇਕ ਓਵਰ ਸੁਸਾਇਟੀ ਨੂੰ ਕਰ ਲੈਂਦੇ ਨੇ ਇਹ ਯਾਨੀ ਕਿ ਤੁਸੀਂ ਇਸ ਤਰ੍ਹਾਂ ਸਮਝੋ ਕਿ ਅਦਾਰੇ ਚੱਲਦੇ ਰਹਿੰਦੇ ਨੇ ਬੰਦੇ ਬਦਲਦੇ ਰਹਿੰਦੇ ਨੇ। ਹਾਂ ਇਹ ਵੈਸੇ ਬੜੀ ਟੈਕਨੀਕਲ ਤੁਸੀਂ ਗੱਲ ਦੱਸੀ ਕਿ ਜਿਹੜੀ ਇੱਕ ਸੁਸਾਇਟੀ ਬਣ ਜਾਂਦੀ ਏ ਉਹ ਦਰਅਸਲ ਸੁਸਾਇਟੀ ਨੂੰ ਇੱਕ ਅਦਾਰਾ ਹੁੰਦਾ ਜੀ ਜਦੋਂ ਅਦਾਰਾ ਚੱਲ ਪੈਂਦਾ ਉਹਦੇ ਵਿੱਚ ਫਿਰ ਉਹ ਦਖਲ ਨਹੀਂ ਰਹਿ ਜਾਂਦਾ ਉਹਦਾ ਇੰਨਾ ਕਿਸੇ ਨਾ ਕਿਸੇ ਨੇ ਤੇ ਟੇਕ ਓਵਰ ਕਰਨਾ ਨਾ ਇਸ ਤਰ੍ਹਾਂ ਹੀ ਫਿਰ ਕਿਸੇ ਨੇ ਚਾਰੇ ਬੰਨੇ ਵੇਖ ਲਓ ਕਿ ਉਹਦਾ ਕੁਝ ਵੀ ਨਹੀਂ ਰਿਹਾ ਯਾਨੀ ਕਿ ਕੋਈ ਵੀ ਨਹੀਂ ਹੈ ਜਿਸ ਬੰਦੇ ਦਾ ਉਹ ਮਾਲਕ ਮੁੱਲ ਤੇ ਅੱਛਾ ਇਕੱਲੇ ਬੰਦੇ ਨੂੰ ਬਣਾਉਣ ਦੀ ਕਿਹੜੀ ਜ਼ਰੂਰਤ ਵੀ ਨਹੀਂ ਫਿਰ ਵੀ ਮੈਂ ਗੱਲ ਕਰ ਰਿਹਾ ਨਾ ਇੱਕ ਗੱਲ ਅਗਰ ਕੋਈ ਵੀ ਨਹੀਂ ਹੈ ਹਾਂਜੀ ਤੇ ਫਿਰ ਗਵਰਨਮੈਂਟ ਪਾਕਿਸਤਾਨ ਵੀ ਆਥੋਰਾਈਜ਼ ਹੈ। ਅੱਛਾ ਇਸ ਚੀਜ਼ ਦੀ ਜੀ ਕਿ ਗਵਰਨਮੈਂਟ ਆਫ ਪਾਕਿਸਤਾਨ ਵੀ ਆਥੋਰਾਈਜ਼ ਹੈ। ਇਹ ਨਾ ਹੋਵੇ ਗਵਰਨਮੈਂਟ ਆ ਕੇ ਆਪਣੇ ਨਵੇਂ ਰੇਟ ਕੱਢ ਦੇਵੇ ਨਹੀਂ ਉਹ ਤੇ ਸੁਸਾਇਟੀ ਅਦਾਰੇ ਦੇ ਜੋ ਬਾਈਲਾਜ਼ ਬਣੇ ਹੁੰਦੇ ਨੇ ਉਹਨਾਂ ਨੇ ਉਹਦੇ ਮੁਤਾਬਕ ਹੀ ਚੱਲਣਾ ਹੈ ਨਾ ਉਹ ਬਾਈਲਾਜ਼ ਦੇ ਮੁਤਾਬਕ ਗਵਰਨਮੈਂਟ ਇਹ ਤੇ ਨਹੀਂ ਨਾ ਖੁਦਾ ਨਾ ਖਾਸ ਨਾ ਗਵਰਨਮੈਂਟ ਨਾ ਮਾਸ਼ਾਅੱਲਾ ਸਾਡੀ ਗਵਰਨਮੈਂਟ ਇੰਜ ਦੀ ਨਹੀਂ ਹੈ ਅੱਲਾ ਦਾ ਸ਼ੁਕਰ ਹੈ। ਤੇ ਗੱਲ ਇਹ ਵੇ ਕਿ ਡਿਵੈਲਪਰ ਜਿਹੜੇ ਹੁੰਦੇ ਨੇ ਨਾ ਜੀ ਉਹਨਾਂ ਦੀਆਂ ਤਾਹਰ ਸਾਹਿਬ ਕਈ ਕਿਸਮਾਂ ਹੁੰਦੀਆਂ ਨੇ। ਕਿਸਮਾਂ ਕੀ ਮਤਲਬ ਕਿ ਵੀ ਮਤਲਬ ਜਿਵੇਂ ਕੋਈ ਕੌੜਾ ਡਿਵੈਲਪਰ ਹੁੰਦਾ ਕੋਈ ਮਿੱਠਾ ਡਿਵੈਲਪਰ ਹੁੰਦਾ ਕੋਈ ਤੇਜ਼ ਹੁੰਦਾ ਕੋਈ ਚਲਾਕ ਹੁੰਦਾ ਜਿਸ ਤਰ੍ਹਾਂ ਲੋਕ ਇੱਕ ਮਿਸਲ ਮਸ਼ਹੂਰ ਹੈ ਕੋਈ ਆਂਦੇ ਨੇ ਰੋਜ਼ਾਨੀ ਕੋਈ ਹਫਤੇ ਬਾਦੀ ਕੋਈ ਸਾਲੀ ਬਾਦੀ ਯਾਨੀ ਤੁਹਾਡੇ ਕਹਿਣ ਦਾ ਮਤਲਬ ਕਿ
ਜਿਹੜਾ ਰੋਜ਼ਾਨਾ ਵਾਲਾ ਜਿਹੜਾ ਉਹ ਰੋਜ਼ਾਨਾ ਪ੍ਰੋਪਰ ਨਮਾਜ਼ ਪੜ੍ਹਦਾ, ਹਾਂਜੀ 5 ਵਕਤ ਨਮਾਜ਼ ਕੋਈ ਦੇ ਹਫਤੇ ਬਾਅਦ ਨਹੀਂ ਜਿਹੜਾ ਜੁਮੇ ਦੀ ਜੁਮੇ ਪੜ੍ਹਨ ਜਾਂਦਾ, ਜੁਮੇ ਦੇ ਜੁਮੇ ਪੜ੍ਹਦਾ, ਕਈ ਸਾਲੀ ਬਾਅਦ ਨਹੀਂ ਜਿਹੜੇ ਸਾਲਾਨਾ ਰੋਜ਼ੇ ਰੱਖ ਕੇ ਈਦ ਦੀ ਨਮਾਜ਼ ਪੜ੍ਹਦੇ ਨੇ। ਹਾਂਜੀ ਹਾਂਜੀ। ਇਸ ਤਰ੍ਹਾਂ ਡਿਵੈਲਪਰਾਂ ਦੀਆਂ ਵੀ ਕਿਸਮਾਂ ਹੈ। ਇੱਕ ਡਿਵੈਲਪਰ ਉਹ ਹੁੰਦਾ ਹੈ ਜਿਹੜਾ ਬੜਾ ਕੀਨ ਹੁੰਦਾ ਹੈ ਇਸ ਮਾਮਲੇ ਦੇ ਅੰਦਰ। ਕੀਨ ਤੋਂ ਮੁਰਾਦ ਕਾਂਸ਼ੀਅਸ, ਉਹਨੂੰ ਸ਼ੌਕ ਹੁੰਦਾ ਹੈ ਕਿ ਉਹ ਡਿਲੀਵਰ ਕਰੇ। ਹਾਂ ਵੈਸੇ ਇਹ ਵੀ ਤੇ ਹੈ, ਉਹ ਅਣਥੱਕ ਮਿਹਨਤ ਕਰਦਾ ਹੈ। ਉਹਦਾ ਤੁਹਾਨੂੰ ਪ੍ਰੂਫ ਸਬੂਤ ਤੁਹਾਨੂੰ ਮਿਲ ਜਾਏਗਾ ਕਿ ਉਹਦਾ ਅਦਾਰਾ ਕਈ ਸ਼ਹਿਰਾਂ 'ਚ ਬਲਕਿ ਬਰੂਨੇ ਮੁਲਕ ਤੱਕ ਫੈਲਿਆ ਹੋਏਗਾ। ਹਾਂ ਹੈ ਵੀ ਨੇ ਐਸੇ ਹੈ ਨੇ ਜੀ, ਹੈ ਜੀ ਇਦਾਰੇ ਵਾਕਈ ਅਦਾਰੇ ਹੈ ਨੇ। ਔਰ ਇੱਕ ਵਿਚਾਰਾ ਜਿਹੜਾ ਡਿਵੈਲਪਰ ਹੁੰਦਾ ਹੈ ਨਾ, ਉਹ ਹਾਲੇ ਅੰਡਰ ਪ੍ਰੋਸੈਸ ਹੁੰਦਾ ਹੈ। ਯਾਨੀ ਜਿਹੜੇ ਛੋਟੇ ਛੋਟੇ ਰਕਬੇ ਲੈ ਕੇ ਐਵੇਂ 7 ਘਰ ਬਣਾ ਲਏ। ਨਹੀਂ ਉਹ ਨਹੀਂ, ਸਮਝ ਲਓ ਕਿ ਮੈਂ ਤੁਹਾਨੂੰ ਦੱਸ ਰਿਹਾ, ਉਹ ਤੇ ਹੋਰ ਨੇ ਨਾ। ਅੱਛਾ, ਉਹ ਅੰਡਰ ਪ੍ਰੋਸੈਸ ਤੋਂ ਮੇਰਾ ਕਹਿਣ ਦਾ ਮਕਸਦ ਹੈ ਕਿ ਪੂਰਾ ਡਿਵੈਲਪਰ ਨਹੀਂ, ਮੈਂ ਉਹਨੂੰ ਪੂਰਾ ਡਿਵੈਲਪਰ ਨਹੀਂ ਕਹਿੰਦਾ। ਯਾਨੀ ਕਿਧਰੇ ਉਹਨੇ ਡਿਲੀਵਰ ਕਰ ਦਿੱਤਾ ਤੇ ਕਿਧਰੇ ਉਹਦੇ ਕੋਲ ਹੋਇਆ ਹੀ ਨਹੀਂ। ਹਾਂ ਯਾਨੀ ਉਹਦੀ ਨੌਨਸੈਂਸ ਹੋਣ ਦੀ ਵਜ੍ਹਾ ਤੋਂ ਸੈਂਸ ਨਹੀਂ। ਜਿੱਥੇ ਉਹਨੇ ਡਿਲੀਵਰ ਕਰ ਦਿੱਤਾ ਉੱਥੋਂ ਦੀ ਜਨਤਾ, ਉਹਦੀ ਰਾਇਆ, ਉੱਥੋਂ ਦੇ ਭੋਲੇ ਖੁਸ਼ ਨੇ, ਉਥੋਂ ਦੇ ਭੋਲੇ ਖੁਸ਼ ਨੇ, ਹਾਂਜੀ ਦੁਆਵਾਂ ਦੇ ਰਹੇ ਨੇ। ਤੇ ਜਿੱਥੇ ਉਹਦੇ ਕੋਲ ਡਿਲੀਵਰ ਨਹੀਂ ਹੋਇਆ ਉਥੋਂ ਨੂੰ ਗਾਲਾਂ ਪੈ ਰਹੀਆਂ, ਉੱਥੇ ਭਾਜੀ ਮਜ਼ਲੂਮ ਨੂੰ ਛਿੱਤਰ ਪੈ ਰਹੇ ਨੇ, ਭੋਲਾ ਮਜ਼ਲੂਮ ਨੂੰ ਕੁੱਟ ਰਿਹਾ, ਮਜ਼ਲੂਮ ਭੋਲੇ ਨੂੰ ਫੜ ਰਿਹਾ, ਜਿਹੜਾ ਸ਼ਹਿਨਸ਼ਾਹ ਹੈ ਨਾ ਉਹ ਦੋਵਾਂ ਨੂੰ ਲਤਾੜ ਰਿਹਾ। ਓਏ ਹੋਏ, ਯਾਨੀ ਉਹ ਅੰਡਰ ਪ੍ਰੋਸੈਸ ਸ਼ਹਿਨਸ਼ਾਹ ਹੈ। ਹਾਏ ਅੰਦਰੋਂ ਅੰਦਰ ਛਿੱਤਰ ਵੱਜ ਰਹੇ। ਔਰ ਤੀਸਰਾ ਡਿਵੈਲਪਰ ਉਹ ਹੁੰਦਾ ਹੈ ਜਿਹੜਾ ਡਿਲੀਵਰ ਹੀ ਨਹੀਂ ਕਰਦਾ। ਅੱਛਾ, ਉਹ ਡਿਲੀਵਰ ਹੀ ਨਹੀਂ ਕਰਦਾ। ਮੈਨੂੰ ਉਹਨੇ ਪੈਸਾ ਫੜਿਆ ਤੇ ਅੱਲਾ ਦੇ ਸਪੁਰਦ ਬਾਹਰ ਨਿਕਲ ਜਾਂਦੇ ਨੇ। ਕਈ ਐਸੇ ਨੇ, ਉਹਨਾਂ ਦਾ ਤੁਹਾਨੂੰ ਇਜ਼ਹਾਰ ਹੋਏਗਾ। ਕਈ ਐਸੀਆਂ ਖਰਾਫਾਤ ਹੋ ਚੁੱਕੀਆਂ ਨੇ, ਕਈ ਐਸੀਆਂ ਸੁਸਾਇਟੀਆਂ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਨਾ ਹੈ, ਜਿਹੜਾ ਅਸੀਂ ਐਲਾਨ ਕੀਤਾ ਹੋਇਆ ਹੈ। ਹਾਂ ਕਿ ਅਸੀਂ ਦੱਸਾਂਗੇ ਲੋਕਾਂ ਨੂੰ ਕਿ ਵੀ ਐਸ ਸੁਸਾਇਟੀ ਨੇ ਇਹ 2 ਨੰਬਰੀ ਕੀਤੀ। ਜੀ ਉਹ ਅਸੀਂ ਦੱਸਣਾ ਹੈ ਜੀ, ਲੇਕਿਨ ਵਿਦ ਸਬੂਤ ਦੱਸਣਾ। ਜੀ ਸਬੂਤ ਵੀ ਮੌਜੂਦ ਨੇ। ਹਾਂਜੀ। ਔਰ ਲੋਕ ਨੈਬ ਤੱਕ ਗਏ ਹੋਏ ਨੇ। ਯਾਨੀ ਇਦੋਂ ਵੱਡਾ ਕੀ ਸਬੂਤ ਹੈ ਕਿ ਉਹਨਾਂ ਦੇ ਖਿਲਾਫ ਲੋਕੀ ਆਪਣਾ ਕੱਥਾ ਚੱਠਾ ਹਰ ਚੀਜ਼ ਜਮਾ ਪੂੰਜੀ ਲੈ ਕੇ ਨੈਬੇ ਚਲੇ ਗਏ ਨੇ ਤੇ ਉਹ ਬਾਹਰ ਨੇ। ਉਹ ਭਾਈ ਕਈ ਨੱਸ ਜਾਂਦੇ ਨੇ। ਅੱਛਾ, ਬਾਹਰ ਵੀ ਇੰਜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਨਾ ਕਿ ਫੜੇ ਤੇ ਛੇਤੀ ਜਾਣਾ ਨਹੀਂ, ਚਲੋ ਮਜ਼ੇ ਤੇ ਲੈ ਲਈਏ ਜ਼ਿੰਦਗੀ ਦੇ। ਸਰ ਜੀ ਉਹਨਾਂ ਕੋਲ ਲੇਕਿਨ ਉਹਦੇ ਚ ਇਹ ਵੀ ਤਾਂ ਹੁੰਦਾ ਨਾ ਕਿ ਜਦੋਂ ਉਹ ਬਾਹਰ ਚਲੇ ਜਾਂਦੇ ਨੇ ਜਿਹੜੇ ਘਰ ਵਾਲੇ ਹੁੰਦੇ ਨੇ ਉਹ ਵਿਚਾਰੇ ਮੁਸੀਬਤ ਚ ਫਸੇ ਹੁੰਦੇ ਨੇ। ਉਹ ਸਾਰੀਆਂ ਫੈਮਲੀਆਂ ਲੈ ਜਾਂਦੇ ਨੇ ਸਰ ਜੀ, ਕੀ ਕਰਦੇ ਨੇ ਉਹ। ਇੱਥੇ ਕੋਈ ਫੈਮਿਲੀ ਹੁੰਦੀ ਨਹੀਂ। ਠੀਕ ਹੈ ਜੀ, ਯਾਨੀ ਇਹੋ ਜਿਹੇ ਲੋਕ ਵੀ ਹੈ। ਅੱਛਾ, ਹੁਣ ਮੈਂ ਉਸ ਟਾਪਕ ਦੀ ਤਰਫ ਆਣਾ ਜਿਹੜਾ ਟਾਪਕ ਅਸੀਂ ਡਿਸਕਸ ਕਰਨਾ ਚਾਹੁੰਦੇ ਸੀ। ਰਹੀ ਬਾਤ ਇੱਕ ਨਿੱਜੀ ਸੁਸਾਇਟੀ ਦੀ, ਜਿੱਦਾਂ ਮਾਸ਼ਾਅੱਲਾ ਨੈਟਵਰਕ ਕਈ ਸ਼ਹਿਰਾਂ 'ਚ ਫੈਲਿਆ ਹੋਇਆ ਹੈ। ਬਿਲਕੁਲ, ਇਹਦੇ 'ਚ ਕੋਈ ਸ਼ੱਕ। ਉਸ ਸੁਸਾਇਟੀ ਨੇ ਪੂਰਾ ਡਿਲੀਵਰ ਵੀ ਕੀਤਾ ਹੈ, ਲੇਕਿਨ ਰੀਸੈਂਟਲੀ ਉਹਦੀ ਬਿਜਲੀ ਵੀ ਕੱਟੀ ਗਈ ਹੈ ਔਰ ਬਿਜਲੀ ਚਲੋ ਬਹਾਲ ਵੀ ਹੋ ਗਈ ਔਰ ਉਹਦੇ ਦਫ਼ਤਰਾਂ ਤੇ ਛਾਪੇ ਵੀ ਪੈ, ਅਕਾਊਂਟ ਵੀ ਫਰੀਜ਼ ਹੋਏ। ਲੇਕਿਨ ਇੱਕ ਗੱਲ ਯਾਦ ਰੱਖੋ ਕਿ ਉਹ ਸੁਸਾਇਟੀ ਚੂੰਕਿ ਡਿਲੀਵਰ ਕਰ ਚੁੱਕੀ ਹੈ ਔਰ ਉਹ ਲੋਕਾਂ ਦੇ ਘਰ ਬਣ ਚੁੱਕੇ ਨੇ ਔਰ ਉਹ ਇੱਕ ਅਦਾਰਾ ਹੈ। ਉਹਦੇ ਮਾਲਕ ਦੇ ਹੋਣ ਨਾ ਕੋਈ ਫਰਕ ਨਹੀਂ ਪੈ ਰਿਹਾ। ਠੀਕ ਹੈ, ਹੁਣ ਉਹਦਾ ਮਾਲਕ ਅਗਰ ਔਨ ਗਰਾਊਂਡ ਨਹੀਂ ਵੀ ਹੈ ਤੇ ਉਹ ਅਦਾਰਾ ਚੱਲ ਰਿਹਾ ਹੈ, ਉਹ ਉਹਨਾਂ ਦੇ ਕੰਮ ਹੋ ਰਹੇ ਨੇ। ਉਹ ਸੁਸਾਇਟੀ ਵੀ ਬੜੀ ਅੱਛੀ ਤਰ੍ਹਾਂ ਚੱਲ ਰਹੀ ਹੈ ਔਰ ਪਾਕਿਸਤਾਨ ਦੇ ਕਈ ਬ੍ਰਾਂਡ ਉਸ ਸੁਸਾਇਟੀ 'ਚ ਆ ਚੁੱਕੇ ਨੇ ਔਰ ਅੱਲਾ ਦੇ ਕਰਮ ਨਾਲ ਗਵਰਨਮੈਂਟ ਪਾਕਿਸਤਾਨ ਦੇ ਤਵੱਸਲ ਨਾਲ ਨਾ ਉਹ ਸੁਸਾਇਟੀ ਬਹੁਤ ਜ਼ਿਆਦਾ ਗੇਨ ਕਰ ਰਹੀ ਹੈ। ਉੱਥੇ ਲੋਕਾਂ ਦੇ ਕਾਰੋਬਾਰ ਵੀ ਚੱਲ ਰਹੇ ਨੇ ਔਰ ਘਰਾਂ 'ਚ ਖੁਸ਼ਹਾਲੀ ਵੀ ਹੈ, ਸਿਕਿਉਰਿਟੀ ਦਾ ਨਿਜ਼ਾਮ ਵੀ ਚੱਲ ਰਿਹਾ। ਵਾਹ ਜੀ ਵਾਹ, ਬਿਲਕੁਲ ਸਹੀ ਕਿਹਾ। ਤੇ ਚਾਚਾ ਪ੍ਰਾਪਰਟੀ 'ਚ ਜਿਹੜੇ ਉੱਥੋਂ ਦੇ ਲੋਕ ਵਿਚਾਰੇ ਚੁੱਕੇ ਦਿਲ ਜਲਦੀ ਛੱਡ ਦਿੰਦੇ ਨੇ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਸਰ ਜੀ, ਮੇਰਾ ਤਜਰਬਾ, ਮੇਰਾ ਐਕਸਪੀਰੀਅੰਸ ਇਹ ਕਹਿੰਦਾ ਹੈ ਉਹਨਾਂ ਨੂੰ ਕਤਨ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਸੁਸਾਇਟੀ ਦੇ ਵਿੱਚ ਹਾਲੇ ਤੱਕ ਇਸ ਤਰ੍ਹਾਂ ਦਾ ਮੁਆਮਲਾ ਨਹੀਂ ਹੋਇਆ ਕਿ ਖੁਦਾ ਨਾ ਖਾਸਤਾ ਕਿ ਉਹਨਾਂ ਤੇ ਕਿਸੇ ਨੇ ਹਮਲਾ ਕਰ ਦਿੱਤਾ ਹੈ ਜਾਂ ਟੇਕ ਓਵਰ ਕਰ ਦਿੱਤਾ ਹੈ ਜਾਂ ਕੋਈ ਚੀਜ਼ ਹੋ ਗਈ ਹੈ। ਉਹ ਆਰਾਮ ਨਾਲ, ਸਕੂਨ ਨਾਲ, ਸ਼ਾਂਤੀ ਨਾਲ ਉੱਥੇ ਰਹਿ ਰਹੇ ਨੇ। ਔਰ ਤੁਹਾਨੂੰ ਮੈਂ ਮਜ਼ੇ ਵਾਲੀ ਗੱਲ ਦੱਸਾਂ, ਉਸ ਸੁਸਾਇਟੀ ਦੇ ਹਸਪਤਾਲਾਂ 'ਚ ਵੀ ਲੋਕਾਂ ਨੂੰ ਫੈਸਿਲੀਟੇਟ ਕੀਤਾ ਜਾ ਰਿਹਾ ਹੈ। ਉਸ ਸੁਸਾਇਟੀ ਦੀ ਜਿਹੜੀ ਇੰਟਰਟੇਨਮੈਂਟ ਵਾਲੀਆਂ ਜਗ੍ਹਾ ਲੋਕ ਉੱਥੇ ਵੀ ਜਾ ਰਹੇ ਨੇ ਔਰ ਇਹ ਸਭ ਤੋਂ ਵੱਡੀ ਨਿਸ਼ਾਨੀ ਹੈ। ਜਦੋਂ ਹਸਪਤਾਲ ਵਿੱਚ ਇੰਟਰਟੇਨਮੈਂਟ ਹਰ ਚੀਜ਼ ਚਾਲੂ ਹੋਵੇ ਨਾ ਤੇ ਫਿਰ ਪਰੇਸ਼ਾਨੀ ਦੀ ਕੋਈ ਟੈਨਸ਼ਨ ਨਹੀਂ ਹੁੰਦੀ। ਲੋ ਨਾਜ਼ਰੀਨ, ਜਿਹੜੀ ਤੁਹਾਨੂੰ ਗੱਲ ਅਸੀਂ ਸੁਣਾ ਰਹੇ ਸਾਂ, ਤੁਸੀਂ ਉਸ ਗੱਲ ਨੂੰ ਵੀ ਸਮਝ ਗਏ ਹੋਵੋਗੇ, ਉਸ ਸੁਸਾਇਟੀ ਤੱਕ ਵੀ ਪਹੁੰਚ ਗਏ ਹੋਵੋਗੇ ਔਰ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ, ਤੁਹਾਡੀਆਂ ਦੁਆਵਾਂ ਸਾਡੇ ਨਾਲ ਨੇ। ਸਾਡੇ ਪ੍ਰੋਗਰਾਮ ਲਾਈਕ ਕਰਨਾ ਔਰ ਸਬਸਕ੍ਰਾइब करना। थैंक यू, गुड लक।